ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮੁ ਅਲੈਕਮ। ਜੀ ਆਇਆਂ ਨੂੰ ਰੈਕਸ ਕਿਚਨ ਵਿੱਚ ਸਾਰੇ ਦੋਸਤਾਂ ਨੂੰ ਖੁਸ਼ ਆਮਦੀਦ। ਅੱਜ ਅਸੀਂ ਬਣਾਵਾਂਗੇ ਸਿੰਧੀ ਬਿਰਯਾਨੀ। ਕਰਾਚੀ ਦੀ ਬੜੀ ਮਸ਼ਹੂਰ ਡਿਸ਼ ਹੈ, ਲੇਕਿਨ ਪੂਰੇ ਪਾਕਿਸਤਾਨ 'ਚ ਬੜੇ ਸ਼ੌਕ ਨਾਲ ਖਾਧੀ ਜਾਂਦੀ ਹੈ। ਸਿੰਧੀ ਬਿਰਯਾਨੀ ਦਾ ਆਪਣਾ ਹੀ ਇੱਕ ਮਜ਼ਾ ਹੈ, ਬਹੁਤ ਟੇਸਟੀ ਬਣਦੀ ਹੈ। ਇਹਦੀ ਰੈਸਪੀ ਥੋੜ੍ਹੀ ਜਿਹੀ ਲੰਬੀ ਹੈ, ਲੇਕਿਨ ਇੰਨੀ ਜ਼ਿਆਦਾ ਵੀ ਨਹੀਂ। ਤੇ ਆਓ ਇਹਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ ਸਿੰਧੀ ਬਿਰਯਾਨੀ ਮਸਾਲਾ ਬਣਾਵਾਂਗੇ। ਅਸੀਂ 3 ਬੇ ਲੀਫ ਲੈਣੇ ਅਤੇ 3-4 ਸਟਿੱਕਾਂ ਦਾਲਚੀਨੀ ਦੀਆਂ, 10 ਛੋਟੀਆਂ ਇਲਾਇਚੀਆਂ, 1 ਚਮਚ ਕਾਲੀ ਮਿਰਚ ਦਾ, 1 ਚਮਚ ਜ਼ੀਰੇ ਦਾ, 1 ਚਮਚ ਸੌਂਫ ਦਾ, 1 ਚਮਚ ਕੁੱਟੀ ਹੋਈ ਮਿਰਚ, ਅਤੇ ਚਮਚੀ ਦਾ ਚੌਥਾ ਹਿੱਸਾ ਜਾਇਫਲ, ਅਤੇ ਚਮਚ ਦਾ ਚੌਥਾ ਹਿੱਸਾ ਜਲਵਤਰੀ, 1 ਚਮਚ ਧਨੀਆ ਸਾਬਤ ਲੈ ਲੈਣਾ। ਇਹ ਚੀਜ਼ਾਂ ਲੈ ਕੇ ਅਸੀਂ ਫਰਾਈ ਪੈਨ 'ਚ ਪਾ ਕੇ ਅਤੇ ਇਹਨਾਂ ਨੂੰ ਰੋਸਟ ਕਰਾਂਗੇ। ਰੋਸਟ ਜ਼ਿਆਦਾ ਨਹੀਂ ਕਰਨਾ, ਬਸ 2-3 ਮਿੰਟ 'ਚ ਇਹ ਰੋਸਟ ਹੋ ਜਾਏਗਾ। ਸਾਡੇ ਸਾਰੇ ਮਸਾਲੇ ਦੇਖੋ ਰੋਸਟ ਹੋ ਗਏ। ਹੁਣ ਅਸੀਂ ਇਹਨਾਂ ਨੂੰ ਗ੍ਰਾਈਂਡਰ 'ਚ ਪਾ ਕੇ ਇਹਦਾ ਪਾਊਡਰ ਬਣਾ ਲਾਂਗੇ। ਸਾਡਾ ਬਿਰਯਾਨੀ ਮਸਾਲਾ ਤਿਆਰ ਹੋ ਗਿਆ ਅਤੇ ਹੁਣ ਅਸੀਂ ਆਲੂ ਬੋਇਲ ਕਰ ਲੈਂਦੇ ਹਾਂ, ਕਿਉਂਕਿ ਸਿੰਧੀ ਬਿਰਯਾਨੀ ਹੋਵੇ ਅਤੇ ਆਲੂ ਨਾ ਹੋਣ ਇਹ ਨਹੀਂ ਹੁੰਦਾ। ਪਾਣੀ ਗਰਮ ਕਰਨ ਵਾਸਤੇ ਰੱਖੋ ਅਤੇ ਉਹਦੇ ਥੋੜ੍ਹਾ ਜਿਹਾ ਫੂਡ ਕਲਰ ਸ਼ਾਮਿਲ ਕਰ ਲਓ ਅਤੇ 1 ਚਮਚ ਨਮਕ ਪਾ ਲਓ। ਬੋਇਲ ਕਰਨੇ ਸ਼ੁਰੂ ਕਰੋ। ਆਲੂ ਬਹੁਤ ਜ਼ਿਆਦਾ ਛੋਟੇ ਨਹੀਂ ਕਰਨੇ, ਬਸ ਦਰਮਿਆਨੇ ਸਾਈਜ਼ ਦੇ ਆਲੂ ਕੱਟ ਕੇ ਉਹਨੂੰ ਬੋਇਲ ਕਰ ਲੈਣਾ। ਆਲੂ ਸਾਡੇ ਬੋਇਲ ਹੋ ਗਏ ਅਤੇ ਹੁਣ ਅਸੀਂ ਬਿਰਯਾਨੀ ਵਾਸਤੇ ਕੋਰਮਾ ਤਿਆਰ ਕਰਦੇ ਹਾਂ। ਬਰਤਨ 'ਚ ਥੋੜ੍ਹਾ ਜਿਹਾ ਆਇਲ ਪਾ ਕੇ ਗਰਮ ਕਰੋ ਅਤੇ ਉਹਦੇ ਵਿੱਚ ਅਸੀਂ ਕੁਝ ਸਾਬਤ ਮਸਾਲੇ ਪਾਵਾਂਗੇ। 3 ਬੇ ਲੀਫ, 4 ਸਟਿੱਕਾਂ ਦਾਲਚੀਨੀ ਦੀਆਂ, ਅਤੇ 4-5 ਇਲਾਇਚੀਆਂ ਛੋਟੀਆਂ, ਕੁਝ 7-8 ਲੌਂਗ, ਅਤੇ 4-5 ਵੱਡੀਆਂ ਇਲਾਇਚੀਆਂ, 2 ਫੁੱਲ ਬਾਦੀਆਨ ਦੇ ਪਾ ਕੇ ਅਤੇ ਇਹ ਸਾਰੇ ਸਾਬਤ ਮਸਾਲੇ ਅਸੀਂ ਥੋੜ੍ਹਾ ਜਿਹਾ ਫਰਾਈ ਕਰ ਲੈਂਦੇ ਹਾਂ। ਸਾਡੇ ਮਸਾਲੇ ਸਾਬਤ ਜਿਹੜੇ ਸੀ ਥੋੜ੍ਹੇ ਜਿਹੇ ਫਰਾਈ ਹੋ ਗਏ। ਹੁਣ ਇਹਦੇ 4 ਚਮਚ ਤਕਰੀਬਨ ਵੱਡੇ ਪਿਆਜ਼ ਦਾ ਪੇਸਟ ਬਣਾ ਕੇ ਸ਼ਾਮਿਲ ਕਰਨਾ ਹੈ। ਜਦੋਂ ਪਿਆਜ਼ ਦਾ ਰੰਗ ਥੋੜ੍ਹਾ ਜਿਹਾ ਬਦਲ ਜਾਏ ਅਤੇ ਅਸੀਂ ਇਹਦੇ ਵਿੱਚ ਚਿਕਨ ਸ਼ਾਮਿਲ ਕਰ ਲੈਂਦੇ ਹਾਂ। ਤਕਰੀਬਨ 1.5 ਕਿਲੋ ਚਿਕਨ ਮੈਂ ਇਸਤੇਮਾਲ ਕਰ ਰਿਹਾ। ਚਿਕਨ ਨੂੰ ਥੋੜ੍ਹਾ ਜਿਹਾ ਭੁੰਨੋ। ਜਦੋਂ ਥੋੜ੍ਹਾ ਜਿਹਾ ਇਹਦਾ ਰੰਗ ਚੇਂਜ ਹੋ ਜਾਏ ਅਤੇ ਇਹਦੇ 'ਚ ਅਸੀਂ 4 ਚਮਚ ਅਦਰਕ ਲਸਣ ਦਾ ਪੇਸਟ ਪਾ ਕੇ ਅਤੇ ਉਹ ਪਕਾਵਾਂਗੇ।
ਹੁਣ ਕੋਈ 4-5 ਚਮਚ ਟਮਾਟਰ ਦਾ ਪੇਸਟ ਸ਼ਾਮਿਲ ਕਰ ਲਓ। ਤੇ ਇਹਨੂੰ ਥੋੜ੍ਹੀ ਦੇਰ ਢੱਕਣ ਦੇ ਕੇ ਪਕਾਓ। ਸਾਡਾ ਚਿਕਨ ਪੱਕਣਾ ਸ਼ੁਰੂ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਜਿਹੜਾ ਮਸਾਲਾ ਤਿਆਰ ਕੀਤਾ ਸੀ, ਬਿਰਿਆਨੀ ਮਸਾਲਾ, ਉਹਦੇ 4 ਚਮਚ ਪਾਵਾਂਗੇ ਅਤੇ ਨਾਲ ਹੀ 8-10 ਆਲੂ ਬੁਖਾਰੇ ਪਾ ਲਓ। ਇੱਕ ਚਮਚ ਹਲਦੀ ਦਾ ਸ਼ਾਮਿਲ ਕਰ ਲਓ। 2 ਚਮਚ ਮਿਰਚਾਂ ਦੇ, ਤੇ 2 ਚਮਚ ਹੀ ਨਮਕ ਪਾ ਲਓ। ਇਹ ਚੀਜ਼ਾਂ ਪਾ ਕੇ ਗੋਸ਼ਤ ਨੂੰ ਤੁਸੀਂ ਭੁੰਨਣਾ ਸ਼ੁਰੂ ਕਰੋ। 8-10 ਮਿੰਟ ਤੁਸੀਂ ਗੋਸ਼ਤ ਨੂੰ ਇਸ ਤਰ੍ਹਾਂ ਹੀ ਪਕਾਉਣਾ ਹੈ। ਸਾਡਾ ਗੋਸ਼ਤ ਗਲਣਾ ਸ਼ੁਰੂ ਹੋ ਗਿਆ। ਹੁਣ ਅਸੀਂ ਇਹਦੇ ਵਿੱਚ 300 ਗ੍ਰਾਮ ਦਹੀਂ ਪਾ ਕੇ ਤੇ ਉਹਨੂੰ ਥੋੜ੍ਹਾ ਜਿਹਾ ਪਕਾ ਲੈਂਦੇ ਹਾਂ। ਸਾਡਾ ਬਿਰਿਆਨੀ ਵਾਸਤੇ ਕੋਰਮਾ ਜਿਹੜਾ ਹੈ ਉਹ ਬਿਲਕੁਲ ਤਿਆਰ ਹੋ ਗਿਆ। ਜਿੰਨਾ ਅੱਛਾ ਕੋਰਮਾ ਸਾਡਾ ਬਣੇਗਾ ਉਨੀ ਅੱਛੀ ਹੀ ਬਿਰਿਆਨੀ ਸਾਡੀ ਬਣੇਗੀ। ਹੁਣ ਅਸੀਂ ਚਾਵਲ ਬੋਇਲ ਕਰਦੇ ਹਾਂ। ਬਰਤਨ 'ਚ ਪਾਣੀ ਪਾ ਲਓ ਅਤੇ ਉਹਦੇ ਵਿੱਚ 2 ਚਮਚ ਨਮਕ ਦੇ, ਅਤੇ 3-4 ਪੱਤੇ ਬੇ ਲੀਫ, 1 ਚਮਚ ਜ਼ੀਰੇ ਦਾ, ਅਤੇ 2 ਚਮਚ ਸਿਰਕੇ ਦੇ ਪਾ ਕੇ ਅਸੀਂ ਚਾਵਲ ਬੋਇਲ ਕਰਦੇ ਹਾਂ। ਚਾਵਲ ਚੈੱਕ ਕਰ ਲੈਂਦੇ, ਸਾਡੇ ਚਾਵਲ ਤਿਆਰ ਹੋ ਗਏ। ਹੁਣ ਅਸੀਂ ਬਰਤਨ ਚੇਂਜ ਕਰਦੇ ਹਾਂ ਅਤੇ ਅਸੀਂ ਚਾਵਲ ਜਿਹੜੇ ਆ ਉਹਨੂੰ ਕੜਾਹੀ ਦੇ ਵਿੱਚ ਦਮ ਲਾਵਾਂਗੇ। ਕੜਾਹੀ ਦੇ ਵਿੱਚ ਥੋੜ੍ਹਾ ਜਿਹਾ ਕੋਰਮੇ ਵਾਲਾ ਮਸਾਲਾ ਜਿਹੜਾ ਬਣਾਇਆ ਸੀ ਅਸੀਂ ਉਹਦੇ ਤੋਂ
ਕਰਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ।